प्यार ना कोकी आ अगे मीडिया मंगा लो अंदर बाकी लोग अंग्रेज लाइट ना जला दो अंग्रेज अंग्रेज जनाब नीचे बैठ हाँ जी हाँ जी नीचे कर दो यार मैं बैठ जा मेरे बैठ जा बोलो ना। आज साडा पहले प्रोग्राम यह है कि सिद्धू साहब जो प्रेजिडेंट बने ने पहला भी प्रेजिडेंट बन तो पहला भी चाहे सी अज प्रेजिडेंट बन तो बाद क्योंकि मदन जी का सारे चन्नी जी का जीला साहब गुरवाया साहब साढ़े कोट भाई साहब तकरीबन असी सारे इकट्ठे रहने और इन्होंने सिद्धू साहब ने कहा कि मैं पटियाले से माता जी को पिता जी को आशीर्वाद लैके उत्थे साड़ी भैन बेटी तो कहते कि सवेरे आप चाह जी मदन जी के घरें जाके पीनी है। अज साडा मेन प्रधान बन तो बाद क्योंकि बन तो पहले काफ़ी सारे उस दिन भी इतने थे उस दिन भी मैं अज अपने बजुर्गों को आशीर्वाद लैने सारे इकट्ठे सर अपना ਜਿਹੜਾ ਆਪਣਾ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬਿਆਨ ਦਿੱਤਾ ਹੈ 400 ਯੂਨਿਟ ਫ੍ਰੀ ਕਰਨ ਦਾ ਐਲਾਨ ਕਰਦਾ ਜੀ ਜਗਮੀਤ ਸਿੰਘ ਬਾਦਲ ਨੇ 400 ਯੂਨਿਟ ਫ੍ਰੀ ਆ ਤਾਂ ਸਰਕਾਰ ਬਣਦੀ ਦੇਖੋ ਜਿਹੜੀ ਸੁੱਖੇ ਦੀਆਂ ਗੱਪਾਂ ਜਿਹੜੀਆਂ ਨੇ ਇਹ ਪੁਰਾਣੀਆਂ ਪਾਪੂਲਰ ਨੇ ਤੇ ਉਹਦੀ ਗੱਪ ਜਿਹੜੀ ਆ ਉਹਦਾ ਜਵਾਬ ਅਸੀਂ ਸਾਰਾ ਦੇਵਾਂਗੇ ਕਿਉਂਕਿ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਕਿ 400 ਯੂਨਿਟ ਪਿਛਲੇ 10 ਸਾਲਾਂ ਦੀ ਕਿਉਂ ਨਹੀਂ ਵਾਪਸ ਕੀਤੇ ਗਏ ਕਿਉਂ ਇਹੋ ਜਿਹੇ ਜਿਹੜੇ ਪਾਵਰ ਪਰਚੇਜ਼ ਐਗਰੀਮੈਂਟ ਜਿਹੜੇ ਕੀਤੇ ਨੇ ਉਹਨਾਂ ਦੇ ਵਿੱਚ ਕਿਉਂ ਇੰਨਾ ਕੁਛ ਲਿਖਿਆ ਗਿਆ ਤੇ ਨਾਲ ਦੀ ਨਾਲ ਇੱਕ ਚੀਜ਼ ਮੈਂ ਹੋਰ ਤੁਹਾਨੂੰ ਕਹਿਣੀ ਚਾਹੁੰਦਾ ਕਿ ਇਹ ਜਿਹੜੇ PPA ਹੋਏ ਨੇ ਜਾਂ ਸਾਡੀ ਸਰਕਾਰ ਵਾਈਟ ਪੇਪਰ ਲੈ ਕੇ ਆਉਣਾ ਚਾਹੁੰਦੀ ਸੀ ਔਰ ਮੈਂ ਵਿੱਚ ਚੰਨੀ ਸਾਹਿਬ ਬੈਠੇ ਆ ਅਸੀਂ ਸਾਰੇ ਅਪੋਜ਼ ਕੀਤਾ ਸੀ ਤੇ ਉੱਥੇ ਨਾਲ ਇਹ ਗੱਲ ਕੀਤੀ ਗਈ ਸੀ ਕਿ ਜਿਹੜੇ MOU ਸਾਈਨ ਹੋਏ ਨੇ ਅੱਜ ਪੋਲੀਟੀਕਲ ਬੰਦੇ ਦੇ ਉੱਤੇ ਅਸੀਂ ਹਰ ਚੀਜ਼ ਜਿਹੜੀ ਲੈ ਕੇ ਪਹੁੰਚ ਜਾਂਦੇ ਆ ਤੇ ਜਿਹੜੇ ਬਾਬੂ ਨੇ ਜਿਹੜੇ MOU ਸਾਈਨ ਕਰਦੇ ਨੇ ਉਹਨਾਂ ਦੀ ਰਿਸਪੌਂਸਿਬਿਲਿਟੀ ਅਕਾਊਂਟੇਬਿਲਿਟੀ ਕੌਣ ਫਿਕਸ ਕਰੇਗਾ। ਸਾਡਾ ਮੇਨ ਮੁੱਦਾ ਕਿ ਜਿਨ੍ਹਾਂ ਨੇ ਉਹ MOU ਸਾਈਨ ਕੀਤੇ ਉਹਨਾਂ ਤੇ ਵੀ ਐਕਸ਼ਨ ਲਿਆ ਜਾਏਗਾ ਔਰ ਬਹੁਤ ਜਲਦੀ ਜਿਵੇਂ ਇਹਨਾਂ ਨੇ ਕਿਹਾ ਜਿਹੜੇ 5 ਪੁਆਇੰਟ ਦਿੱਤੇ ਸਿੱਧੂ ਸਾਹਿਬ ਨੇ ਉਹਦੇ 'ਚ ਮੇਨ ਪੁਆਇੰਟ PPA ਦਾ ਵੀ ਸੀਗਾ ਤੇ ਉਹਦੇ ਉੱਤੇ ਅਸੀਂ ਬਹੁਤ ਜਲਦੀ ਸਾਡੀ ਸਰਕਾਰ ਐਕਸ਼ਨ ਕਰ ਰਹੀ ਹੈ ਕਿ ਉਹ ਜਿਹੜੀ ਜੋ ਗਲਤ MOU ਸਾਈਨ ਹੋਏ ਨੇ ਉਹਨਾਂ ਦੇ ਜੋ ਬਾਬੂ ਵੀ ਰਗੜੇ ਜਾਣਗੇ ਤੇ ਜਿਹੜੇ ਉਸ ਵੇਲੇ ਦੀ ਗਵਰਨਮੈਂਟ ਨੇ ਗਲਤ ਕੀਤੇ ਨੇ ਉਹ ਵੀ ਕਿਤੇ ਜਾਣਗੇ। ਫਿਰ ਉਹਦੇ 'ਚ ਦੱਸਾਂਗੇ ਕਿ 400 ਯੂਨਿਟ ਫ੍ਰੀ ਆਉਂਦਾ ਕਿ ਉਹ 400 ਯੂਨਿਟ ਇਹਨਾਂ ਦੇ ਘਰੇ ਗਿਆ ਉਹਦਾ ਬਾਅਦ 'ਚ ਜਵਾਬ ਦੇਵਾਂ। ਰੰਧਾਵਾ ਸਾਹਿਬ ਕੈਬਨਿਟ ਦੇ ਵਿੱਚ ਫੇਰ ਬਦਲ ਕਰਨ ਦੀ ਜ਼ਰੂਰਤ ਹੈ ਜਾਂ ਫਿਲਹਾਲ ਇਹੀ ਕੈਬਨਿਟ ਦੇਖੋ ਗੱਲ ਸੁਣੋ ਇਹ CM ਦਾ ਵਾ ਮੈਂ ਇੱਕ ਚੀਜ਼ ਤੁਹਾਨੂੰ ਦੱਸਣੀ ਚਾਹੁੰਦਾ ਕਿ ਕਾਂਗਰਸ ਸਾਡੀ ਮਾਂ ਤੇ ਇਸ ਮਾਂ ਦੀ ਪਿੱਠ 'ਚ ਜਿਹੜਾ ਛੁਰਾ ਮਾਰਨ ਦੀ ਕੋਸ਼ਿਸ਼ ਕਰੇਗਾ ਉਹ ਕਦੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਔਰ ਉਹੋ ਜਿਹੜੇ ਕੋਈ ਇਹੋ ਜਿਹੀ ਗੱਲ ਕਰਨਗੇ ਉਹਨਾਂ ਨੂੰ ਅਸੀਂ ਬੇਨਕਾਬ ਵੀ ਕਰਾਂਗੇ ਤੇ ਉਹਨਾਂ ਨੂੰ ਕੰਨ ਤੋਂ ਪੜ ਕੇ ਕਾਂਗਰਸ ਤੋਂ ਬਾਹਰ ਵੀ ਕਰਾਂਗੇ। ਨਾ ਸਾਹਿਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਆ ਬਿਊਰੋਕ੍ਰੇਸੀ ਹੈ ਪੋਲੀਟੀਸ਼ੀਅਨ ਦੇ ਉੱਤੇ ਹਾਵੀ ਹੁੰਦੀ ਮੈਂ ਬਿਲਕੁਲ ਨਹੀਂ ਮੇਰੇ ਉੱਤੇ ਕੋਈ ਹਾਵੀ ਨਹੀਂ ਚੰਨੀ ਜੀ ਦੇ ਉੱਤੇ ਕੋਈ ਹਾਵੀ ਨਹੀਂ ਪਰ ਅਕਾਲੀ ਗਵਰਨਮੈਂਟ ਦੇ ਵਿੱਚ ਇਹ ਹਾਵੀ ਰਹੇ ਨੇ ਔਰ ਜਿਹੜੇ ਹੁਣ ਵੀ ਆ ਕਿ ਜਿਹੜੇ ਰਿਟਾਇਰਡ ਆਫਿਸਰ ਜਾਂ ਕੋਈ ਹੋਰ ਨੇ ਜਾਂ ਜਿਨ੍ਹਾਂ ਦੇ ਉੱਤੇ ਮੈਂ ਇੱਕ ਬੜੀ ਤੁਹਾਨੂੰ ਕਲੀਅਰ ਕੱਟ ਗੱਲ ਪੁੱਛਣੀ ਚਾਹੁੰਦਾ ਕਿ ਇੱਥੇ ਤੁਹਾਡੀ ਜੇਲ੍ਹ ਕੀ ਰਿਹਾ ਇੱਕ ਇਰੀਗੇਸ਼ਨ ਸਕੈਮ ਹੋਇਆ ਉਹਦੇ ਵਿੱਚ ਸਾਡੇ ਮਿਨਿਸਟਰ ਦਾ ਤੇ ਰਿਜ਼ਾਈਨ ਹੋ ਗਿਆ
ਤੇ ਜਿਹੜੇ ਉਹ ਉਸ ਟਾਈਮ ਦੇ ਬਾਬੂ ਸੀ ਉਹਨਾਂ ਦੇ ਕਿਉਂ ਨਹੀਂ ਐਕਸ਼ਨ ਆਇਆ? ਐਕਸ਼ਨ ਤਾਂ ਉੱਥੇ ਆਉਣਾ ਚਾਹੀਦਾ ਕਿ ਜਿਨ੍ਹਾਂ ਨੇ ਉਹ ਸਕੈਮ ਕੀਤਾ, ਜਿਨ੍ਹਾਂ ਦੇ ਵੇਲੇ ਸਕੈਮ ਹੋਇਆ, ਜਾਂ ਜਿਹੜੇ ਵੱਖਰੇ ਤਰੀਕੇ ਨਾਲ ਹੋਏ, ਤੇ ਅਖੀਰ ਜਾਣ ਕੇ ਗਾਜ ਕਿਤੇ ਤੇ ਡਿੱਗੀ ਉਹ ਪੋਲੀਟੀਕਲ ਬੰਦੇ ਦੀ। ਬਿਲਕੁਲ ਤੁਹਾਡੀ ਗੱਲ ਜਿਹੜਾ ਕੁਐਸਚਨ ਹੈ, ਕਿਤੇ ਨਾ ਕਿਤੇ ਚੀਜ਼ਾਂ ਆਉਂਦੀਆਂ ਨੇ, ਇਹ ਸਾਨੂੰ ਇਹਨਾਂ ਆਫਿਸਰਾਂ ਨੂੰ ਕੰਟਰੋਲ ਕਰਕੇ ਉਹਨਾਂ ਦਾ ਵੀ ਐਕਸ਼ਨ ਲੈਣਾ ਪਹਿਲਾਂ ਬਣਦਾ। ਪੋਲੀਟੀਕਲ ਬੰਦੇ 5 ਸਾਲ ਬਾਅਦ ਜਾਂ 1 ਸਾਲ ਬਾਅਦ ਜਾਂ 6 ਮਹੀਨਿਆਂ ਬਾਅਦ ਤੇ ਸਾਰਾ ਕੁਝ ਉਹ ਕਰ ਗਏ, ਤੇ ਜਿਨ੍ਹਾਂ ਨੇ 10-10 ਸਾਲ ਮਲਾਈਆਂ ਖਾਧੀਆਂ ਨੇ, ਮਲਾਈ ਕੱਢਾਂਗੇ। ਫਾਰਮਰਸ ਦੇ ਉੱਪਰ ਕਾਂਗਰਸ ਦਾ ਕੀ ਸਟੈਂਡ ਹੈ? ਕਿਉਂਕਿ ਉਹ ਖਿਲਾਫਤ ਬੜੀ ਕਰਨ ਲੱਗੇ, ਚਾਹੇ ਉਹ ਕਾਂਗਰਸ ਦੇ ਮੰਤਰੀ ਹੋਣ ਚਾਹੇ ਬੀਜੇਪੀ ਦੇ ਹੋਣ, ਸਾਰਿਆਂ ਦੇ ਉਹ ਅੰਗੇਜ ਹੋਣ ਲੱਗੇ। ਉਹਨਾਂ ਦੀ ਕਾਂਗਰਸ ਦਾ ਕੀ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਕਾਂਗਰਸ ਦੇ ਟਾਈਮ ਮੈਂ ਤ੍ਰਿਪਤ ਬਾਜਵਾ ਔਰ ਸੁਖ ਸਰਕਾਰੀਆ ਤਿੰਨੋਂ ਅਸੀਂ ਇਹਨਾਂ ਨਾਲ ਮੀਟਿੰਗ ਕਰਦੇ ਰਹੇ। ਸਾਨੂੰ ਇੱਕ ਵਾਰੀ ਵੀ ਯੂਨੀਅਨ ਇਹ ਨਹੀਂ ਕਹਿ ਸਕਦੀ ਕਿ ਇਹਨਾਂ ਤਿੰਨਾਂ ਮਿਨਿਸਟਰਾਂ ਨੇ ਕਦੀ ਉਹਨਾਂ ਦੇ ਯੂਨੀਅਨ ਦੇ ਅਗੇਂਸਟ ਜਾਂ ਕਿਸਾਨੀ ਦੇ ਅਗੇਂਸਟ ਇੱਕ ਗੱਲ ਵੀ ਕੀਤੀ ਹੋਈ। ਔਰ ਹਰ ਚੰਡੀਗੜ੍ਹ ਦੀ ਮੀਟਿੰਗ ਦੇ ਵਿੱਚ ਯੂਨੀਅਨ ਦੇ ਨਾਲੋਂ ਸਾਡੇ ਜਿਹੜੀ ਸਟੇਟਮੈਂਟ ਸਖਤ ਆਉਂਦੀ ਰਹੀ ਸੀ ਬੀਜੇਪੀ ਗਵਰਨਮੈਂਟ ਦੇ ਅਗੇਂਸਟ। ਪੁਰਾਣੇ ਸਾਰੇ ਚੈਨਲ ਆਪਣੇ ਚੈਨਲ ਕੱਢ ਲਿਓ, ਉਹਦੇ 'ਚ ਤੁਸੀਂ ਮੇਰੀ ਸਟੇਟਮੈਂਟ ਦੇਖਿਓ, ਕਿਉਂਕਿ ਉਹਦੇ 'ਚ ਤਿੰਨਾਂ ਮਿਨਿਸਟਰਾਂ 'ਚ ਬੋਲਦਾ ਮੈਂ ਹੀ ਸੀ। ਉਹਨੇ ਰਾਜੇਵਾਲ ਸਾਹਿਬ ਜਾਂ ਦਰਸ਼ਨਪਾਲ ਜੀ ਨਹੀਂ ਸੀ ਸਖਤ ਲੈਂਗੁਏਜ ਬੋਲਦੇ ਜਿੰਨੀ ਮੈਂ ਗਵਰਨਮੈਂਟ ਆਫ ਇੰਡੀਆ ਦੇ ਅਗੇਂਸਟ ਗੱਲ ਕਰਕੇ ਜਾਂਦਾ ਸੀ। ਮੈਂ ਤੇ ਇੱਥੋਂ ਤੱਕ ਵੀ ਕਿਹਾ ਸੀ ਕਿ ਜੇ ਹਿੰਦੁਸਤਾਨ ਨੂੰ ਕਿਸੇ ਵਿਦੇਸ਼ੀ ਤਾਕਤਾਂ ਤੋਂ ਡਰ ਨਹੀਂ, ਕਿਸੇ ਚੀਨ ਪਾਕਿਸਤਾਨ ਤੋਂ ਡਰ ਨਹੀਂ, ਮੈਂ ਕਿਹਾ ਇਹ ਡਰ ਹੈ ਤੇ ਬੀਜੇਪੀ ਕੋਲੋਂ ਇਸ ਹਿੰਦੁਸਤਾਨ ਨੂੰ ਡਰ ਹੈ। ਜੇ ਕਿਸਾਨੀ ਨੂੰ ਡਰ ਆ, ਉਹ ਬੀਜੇਪੀ ਤੋਂ ਡਰ ਆ। ਇਹ ਸਾਨੂੰ ਸਾਰਿਆਂ ਨੂੰ ਇਕੱਲੀ ਕਿਸਾਨਾਂ ਦੀ ਗੱਲ ਨਹੀਂ, ਇਹ ਸਾਰੇ ਪੂਰੇ ਸਮੁੱਚੇ ਪੰਜਾਬ ਦੀ ਨਹੀਂ, ਪੂਰੇ ਹਿੰਦੁਸਤਾਨ ਦੀ ਗੱਲ ਹੈ ਕਿ ਇਹ ਕਿਸਾਨੀ ਜੇ ਇੱਦਾਂ ਕਰ ਦਿੱਤੀ, ਹਿੰਦੁਸਤਾਨ ਦਾ ਜਿਹੜਾ ਖਾਤਮਾ ਹੋ ਜੂ। ਕਿਸਾਨੀ ਬਚਾਉਣੀ ਸਾਡਾ ਪਹਿਲਾ ਫਰਜ਼ ਹੈ। ਕਈ ਆਗੂਆਂ ਦਾ ਵੀ ਵਿਰੋਧ ਕਰ ਰਹੇ ਨੇ, ਕਾਂਗਰਸੀ ਆਗੂਆਂ ਦਾ ਵਿਰੋਧ। ਦੇਖੋ ਉਹ ਇਹਦੇ ਚ ਮੇਰਾ ਨਹੀਂ ਖਿਆਲ ਕਿ ਜਿਹੜੇ ਕਿਸਾਨ ਲੀਡਰ ਨੇ ਉਹ ਕਿਸੇ ਨੂੰ ਕਹਿਣ ਕੇ ਵਿੱਚ ਆਪ ਵਾਲੇ ਬੀਜੇਪੀ ਵਾਲੇ ਜਾਂ ਦੂਸਰੇ ਕੋਈ ਜਿਹੜੇ ਉਹ ਆਉਣਗੇ ਉਹ ਪਰ ਸੈਂਟਰਲ ਗਵਰਨਮੈਂਟ ਨੂੰ ਮੀਟਿੰਗ ਕਰਨੀ ਚਾਹੀਦੀ ਹੈ ਫਾਰਮਰਸ ਨਾਲ, ਕਿਉਂਕਿ ਟੇਬਲ ਤੇ ਬੈਠ ਕੇ ਜਦ ਕੋਈ ਸੌਟ ਹੁੰਦੀ ਹੈ, ਮੀਟਿੰਗ ਨਹੀਂ ਮਿਲ ਰਹੀ ਉਹਨਾਂ ਨੂੰ। ਸੈਂਟਰ ਸਰਕਾਰ ਨੂੰ ਕੀ ਮੀਟਿੰਗ? ਮੈਂ ਤੇ ਪਹਿਲਾਂ ਕਹਿ ਰਿਹਾ ਮੀਟਿੰਗ ਮੈਨੂੰ ਨਹੀਂ ਮਿਲ ਰਹੀ ਤੇ ਅਸੀਂ ਗਵਰਨਮੈਂਟ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ। ਤੇ ਹੁਣ ਜੇ ਫਰਟੀਲਾਈਜ਼ਰ ਦੀ ਸਾਡੀ ਜਿਹੜੀ ਸਪਲਾਈ ਆ, ਉਹਦੇ ਲਈ ਮੈਂ ਲਿਖ ਕੇ ਭੇਜਿਆ, ਚੀਫ ਮਿਨਿਸਟਰ ਸਾਹਿਬ ਨੇ ਵੀ ਲਿਖ ਕੇ ਭੇਜਿਆ ਕਿ DAP ਜਿਹੜੀ ਆ ਉਹਦੀ ਬੜੀ ਵੱਡੀ ਸ਼ਾਰਟੇਜ ਆਏਗੀ, ਕਿਉਂਕਿ ਕੀਮਤਾਂ ਬਹੁਤ ਵੱਧ ਗਈਆਂ ਨੇ। ਉਹਨਾਂ ਕੀਮਤਾਂ ਦੀ ਸਬਸਿਡੀ ਗਵਰਨਮੈਂਟ ਜਿਹੜੀ ਆ ਉਹਨੇ ਲੈ ਕੇ, ਗਵਰਨਮੈਂਟ ਆਫ ਇੰਡੀਆ ਨੇ ਸਬਸਿਡੀ ਦੇਣੀ ਆ। ਇਹ ਮੈਂ ਤੁਹਾਨੂੰ ਇੱਕ ਤੁਹਾਡੇ ਮੀਡੀਆ ਰਾਹੀਂ ਮੈਂ ਦੱਸ ਦੇਣੀ ਚਾਹੁੰਦਾ ਕਿ ਇਹ ਗਵਰਨਮੈਂਟ ਜਿਹੜੀ ਬੀਜੇਪੀ ਦੀ ਗਵਰਨਮੈਂਟ ਆ, ਇਹ ਹਿੰਦੁਸਤਾਨ ਦੀ ਕਿਸਾਨੀ ਨੂੰ ਖਤਮ ਕਰਨ ਵਾਲੇ ਪਾਸੇ ਤੁਰੀ ਆ। ਔਰ ਇਹ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਕਰ ਰਹੇ ਨੇ, ਇਹਦਾ ਸਾਨੂੰ ਸਾਰਿਆਂ ਨੂੰ, ਇਕੱਲਾ ਮੈਂ ਨਹੀਂ, ਤੁਹਾਨੂੰ ਵੀ ਨਾਲ ਡਟ ਕੇ ਮੁਕਾਬਲਾ ਕਰਨਾ ਪੈਣਾ ਤੇ ਫਿਰ ਹਿੰਦੁਸਤਾਨ ਬਚੇਗਾ। ਕਾਂਗਰਸੀ ਨੇ ਜਿਹੜੇ ਹਲਕਾ ਘਨੌਰ ਦੇ ਜਿਹੜੇ ਮਹਾਰਾਜ ਫਰੀਦਕੋਟ ਦਾ ਪਹਿਲਾਂ ਵਿਰੋਧ ਕੀਤਾ ਚੌੜਾ ਵਿੱਚ, ਹੁਣ MLA ਸਾਹਿਬ ਦਾ ਵਿਰੋਧ ਕਰ ਰਹੇ ਨੇ ਉਹੀ ਕਾਂਗਰਸੀ। ਮੈਂ ਤੁਹਾਨੂੰ ਸਿੱਧੀ ਇੱਕ ਸਪਸ਼ਟ ਗੱਲ ਕੀਤੀ ਹੈ ਕਿ ਜਿਹੜੇ ਕਾਂਗਰਸ ਦੀ ਪਿੱਠ ਦੀ ਛੁਰਾ ਮਾਰਨਗੇ ਉਹਨਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਆ ਸਾਡੇ ਪ੍ਰਧਾਨ ਜੀ ਬੈਠੇ ਨੇ, ਇਹਨਾਂ ਨੂੰ ਮੈਂ ਅਪੀਲ ਕਰਦਾ ਕਿ ਜਿਹੜੇ ਇਹੋ ਜਿਹਾ ਬੈਡ ਐਲੀਮੈਂਟ ਆ, ਸਾਨੂੰ ਸਫਾਈ ਕਰ ਦੇਣੀ ਚਾਹੀਦੀ। ਸਿੱਧੂ ਸਾਹਿਬ ਤੁਹਾਡੇ ਜਿੰਮੇ ਬੜੀ ਵੱਡੀ ਜ਼ਿੰਮੇਵਾਰੀ ਹੈ ਜੀ ਕਾਂਗਰਸ ਨੂੰ। ਸਿੱਧੂ ਸਾਹਿਬ ਅੱਜ ਅਸੀਂ ਆਪਣੇ ਨਿਧੜਕ ਜਰਨੈਲ ਕਾਂਗਰਸ ਪਾਰਟੀ ਦੇ ਅਹਿਮ ਨੇਤਾ ਮਦਨ ਲਾਲ ਜਲਾਲਪੁਰ ਜੀ ਦੇ ਘਰ ਪਹੁੰਚੇ ਹਾਂ। ਮੈਂ ਇੱਥੇ ਪਹੁੰਚਣ ਦੇ ਕਿਉਂਕਿ ਮੇਰੇ ਭਰਾਵਾਂ ਵਾਂਗੂ ਉਹ ਨਵਜੋਤ ਸਿੰਘ ਸਿੱਧੂ ਜੀ ਦਾ ਤੇ MLA ਸਾਹਿਬਾਨ ਦਾ ਸਵਾਗਤ ਕਰਦਾ ਮਦਨ ਲਾਲ ਜਲਾਲਪੁਰ ਜੀ ਵੱਲੋਂ। ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਲਾਲਪੁਰ ਜੀ ਵਰਗਾ ਲੀਡਰ ਜੰਮਣਾ ਬਾਰ-ਬਾਰ ਮੁਸ਼ਕਿਲ ਹੈ। ਇੱਕ ਨਿਧੜਕ ਇਮਾਨਦਾਰ ਨੇਤਾ ਹੈ, 3 ਵਾਰ MLA ਜਿੱਤੇ, ਪਹਿਲੀ ਵਾਰ ਆਜ਼ਾਦ ਜਿੱਤੇ, ਫਿਰ ਕਾਂਗਰਸ ਪਾਰਟੀ ਚੋਂ 2 ਵਾਰ ਜਿੱਤੇ। ਹਮੇਸ਼ਾ ਜਦ ਵੀ ਇੱਥੇ ਪਾਰਲੀਮੈਂਟ ਦੀ ਪਿਛਲੇ 20 ਸਾਲਾਂ 'ਚ ਇਲੈਕਸ਼ਨ ਹੋਈ ਹੈ ਤਾਂ ਉਸ ਨੂੰ ਜਿਤਾਉਣ ਵਾਲਿਆਂ ਵਿੱਚ ਅਹਿਮ ਰੋਲ ਜੇ ਕਿਸ ਦਾ ਰਿਹਾ ਤਾਂ ਮਦਨ ਲਾਲ ਜਲਾਲਪੁਰ ਦਾ ਰਿਹਾ ਪਟਿਆਲੇ ਪਾਰਲੀਮੈਂਟ ਦੇ ਵਿੱਚ। ਅੱਜ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਪੂਰੀ ਕਾਂਗਰਸ ਨਵਜੋਤ ਸਿੰਘ ਸਿੱਧੂ ਜੀ ਦੇ ਨਾਲ ਹੋ ਕੇ ਮਦਨ ਲਾਲ ਜਲਾਲਪੁਰ ਜੀ ਦੇ ਨਾਲ ਖੜੀ ਹੈ ਔਰ ਖੜੀ ਰਹੇਗੀ। ਸਾਡੇ ਵਰਕਰ ਵਾਲੇ ਇੱਕ ਵੱਲ ਵੀ ਕਿਸੇ ਨੇ ਝਾਕਿਆ ਤਾਂ ਨੇਰੀਆਂ ਲਿਆ ਦਾਂਗੇ। ਕਾਂਗਰਸ ਪਾਰਟੀ ਸੁੱਤੀ ਨਹੀਂ ਰਹੇਗੀ। ਝੱਕਣ ਵਾਲਾ ਕੌਣ ਹੈ ਜੀ ਸਰ? ਇਹ ਆਉਣ ਵਾਲੇ ਸਮੇਂ 'ਚ ਸਾਰੀਆਂ ਗੱਲਾਂ ਕਲੀਅਰ ਹੋ ਰਹੀਆਂ। ਜਿਹੜੇ ਬੰਦੇ ਕਾਂਗਰਸ ਪਾਰਟੀ ਨੂੰ ਡੈਮੇਜ ਕਰਨਾ ਚਾਹੁੰਦੇ ਜਾਂ ਕੋਈ ਬੁੱਕਲ ਦਾ ਸੱਪ ਬਣਨਾ ਚਾਹੁੰਦੇ, ਉਹ ਨਵਜੋਤ ਸਿੰਘ ਸਿੱਧੂ ਦੇ ਹੁੰਦੇ ਹੋਏ ਨਹੀਂ। ਕੁਝ ਲੀਡਰ ਦੀ ਗੱਲ ਹੋ ਰਹੀ ਹੈ, ਕੋਈ ਲੀਡਰ ਜਿਹੜੇ ਹੈਗੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ,
ਸਰਕਾਰ ਵਿੱਚ ਵੀ ਕੁਝ ਹੁੰਦੇ ਆ, ਸਰਕਾਰ ਤੋਂ ਬਾਹਰ ਵੀ ਹੁੰਦੇ ਆ। ਆਪਣੇ ਵਰਕਰ ਨੂੰ ਜੇ ਕੋਈ ਮਾਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਨਹੀਂ ਚੱਲੇਗਾ। ਚਰਨ ਚੰਨੀ ਜੀ, ਜਲਾਲਪੁਰ ਜੀ ਨੇ ਹਮੇਸ਼ਾ ਇਹੀ ਗੱਲ ਕਹੀ ਹੈ ਵੀ ਆਫੀਸਰ ਸੁਣਵਾਈ ਨਹੀਂ ਹੁੰਦੀ, ਲੋਕਾਂ ਦੇ ਕੰਮ ਨਹੀਂ ਹੁੰਦੇ ਪਿੰਡਾਂ ਦੇ ਵਿੱਚ, ਚਾਹੇ ਜਿੱਥੇ ਮਰਜ਼ੀ ਚਲੇ ਜਾਓ। ਲੱਗਦਾ ਕਿ ਆਫੀਸਰ ਸਾਹਿਬਾਨ ਨਹੀਂ ਸੁਣਵਾਈ ਕਰ ਰਹੇ, ਤਾਂ ਹੀ ਜਲਾਲਪੁਰ ਜੀ ਨਾਰਾਜ਼ ਹੋ ਕੇ ਅਕਸਰ ਸਰਕਾਰ ਦੇ ਖਿਲਾਫ ਵੀ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ। ऐसा नहीं है। जलालपुर एक निधड़क लेता है, ਇਹਦੇ ਮੂਹਰੇ ਕੋਈ ਅਫਸਰ ਟਿਕ ਨਹੀਂ ਸਕਦਾ। ਜਿੰਨੇ ਕੰਮ ਜਲਾਲਪੁਰ ਜੀ ਦੇ ਰਹਿੰਦੇ ਹੋਏ ਇੱਥੇ ਹਲਕੇ ਦੇ ਹੋਏ ਇੰਨੇ ਕਦੇ ਹੋ ਨਹੀਂ ਚੰਨੀ ਸਾਹਿਬ ਕੱਲੇ ਇਹਨਾਂ ਸਾਡੇ ਤੇ ਭਾਰੂ ਹੈ, ਉਹਨਾਂ ਨੇ ਕਿਹਾ, ਇਹਨਾਂ ਕੱਲਿਆਂ ਨਹੀਂ ਬਹੁਤਿਆਂ ਨੇ ਕਿਹਾ। ਉਹਦਾ ਤੁਹਾਡੇ ਕੋਲ ਹੁਣ ਕੀ ਸੌਟ ਆਊਟ ਹੈ? ਤੁਸੀਂ ਇਹ ਮੁੱਖ ਮੰਤਰੀ ਜੀ ਨੇ ਦੇਖਣਾ ਹੁੰਦਾ ਹੈ। ਐਸੀ ਕੱਲੀ ਬਿਊਰੋਕ੍ਰੇਸੀ ਨਹੀਂ, ਜਿਹੜੇ ਵੀ ਲੋਕ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰਨਗੇ ਉਹ ਕਾਂਗਰਸ ਦੇ ਨਾਲ ਨਹੀਂ ਚੱਲ ਸਕਣਗੇ। ਇਸ ਕਰਕੇ ਚਾਹੇ ਉਹ ਲੈਂਡ ਮਾਫੀਆ ਹੈ, ਚਾਹੇ ਕੋਈ ਗਲਤ ਬੰਦੇ ਹੈ ਜਾਂ ਗਲਤ ਅਨਸਰ ਹੈ, ਉਹ ਅਸੀਂ ਨਹੀਂ ਚੱਲਣ ਦੇਣੇ। ਤੇ ਨਾਲ ਨਾਲ ਕਿਸਾਨੀ ਦੇ ਨਾਲ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਨੰਗੇ ਪੈਰੀ ਚੱਲ ਕੇ ਆਉਣ ਨੂੰ ਤਿਆਰ ਹਾਂ, ਉੱਥੇ ਜਾਵਾਂਗਾ। ਤੇ ਹਰ ਹੀਲੇ ਕਿਸਾਨ ਸਾਡੇ ਪੰਜਾਬ ਦਾ, ਅਸੀਂ ਉਸ ਦੇ ਨਾਲ ਖੜੇ ਆ ਤੇ ਖੜੇ ਰਹਾਂਗੇ। ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਜਿਹੜੇ ਇਹ ਲੰਗੜੇ ਕੀਤੇ ਹੈ ਕਾਨੂੰਨ, ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਮੈਂ ਵੀ ਮੰਗ ਕਰਦਾ ਤੁਰੰਤ ਇਹਨਾਂ ਨੂੰ ਮੂਲ ਜੜ ਤੋਂ ਰੱਦ ਕਰ ਦਿੱਤਾ ਜਾਵੇ। ਇਹ ਬਹੁਤ ਜ਼ਰੂਰੀ ਹੈ। ਲੰਗੜੇ ਵੀ ਅਸੀਂ ਰਹਿਣ ਨਹੀਂ ਦੇਣੇ। ਅਸੀਂ ਅਜਿਹੇ ਕਾਲੇ ਕਾਨੂੰਨ ਜਿਹੜੇ ਬਣੇ ਆ, ਪਿਛਲੀ ਜਦੋਂ ਇਹ ਕੈਬਨਿਟ ਮੀਟਿੰਗ ਹੋਈ ਸੀ ਤਾਂ ਉਹਦੇ ਵਿੱਚ ਮੈਂ ਉਹ ਸ਼ਖਸ ਸੀ ਜਿਹਨੇ ਵਿਰੋਧ ਕੀਤਾ ਸੀ ਕਿ ਜੀ ਇਹ ਸੋਧ ਨਾ ਕਰੋ, ਇਹਨੂੰ ਮੂਲ ਤੋਂ ਰੱਦ ਕਰ ਦਿਓ। ਲੇਕਿਨ ਪਾਵਰਾਂ ਮੁੱਖ ਮੰਤਰੀ ਜੀ ਨੂੰ ਦੇ ਦਿੱਤੀਆਂ ਗਈਆਂ ਕੈਬਨਿਟ ਦੇ ਵਿੱਚ ਕਿ ਜੋ ਕਰਨਗੇ ਉਹੀ ਹੋਏਗਾ। ਉਹਨਾਂ ਨੇ ਇਹਨਾਂ ਨੂੰ ਸੋਧ ਕਰਤੀ। ਮੈਂ ਅੱਜ ਫੇਰ ਕਹਿਣਾ ਕਿ ਸੈਸ਼ਨ ਜਲਦ ਤੇ ਜਲਦ ਬਣਾ ਕੇ ਇਹਨਾਂ ਨੂੰ ਮੂਲ ਤੋਂ ਰੱਦ ਕੀਤਾ ਚੰਨੀ ਜੀ, ਸਮਾਂ ਬਹੁਤ ਘੱਟ ਰਹਿ ਗਿਆ ਇਲੈਕਸ਼ਨ ਦੇ ਵਿੱਚ ਤੇ ਕਾਨੂੰਨ ਰੱਦ ਹੋਣ ਵਾਲੇ ਬਹੁਤ ਨੇ। ਪੀਪੀਏ ਹੈਗਾ, ਬੀਬੀ ਹੈਗੀ, ਇੱਕ ਦਿਨ ਵੀ ਬਹੁਤ ਹੁੰਦਾ, ਇੱਕ ਦਿਨ ਵੀ ਬਹੁਤ ਹੁੰਦਾ। ਕਦੋਂ ਆਉਣਾ ਹੈ ਉਹ ਦਿਨ? ਕਦੋਂ ਤੱਕ ਲਗਾਤਾਰ ਚੱਲ ਰਿਹਾ। ਇੱਕ ਵਿਉਂਤਬੰਦ ਤਰੀਕੇ ਦੇ ਨਾਲ ਉਹਨਾਂ ਮਸਲਿਆਂ ਨੂੰ ਹੱਲ ਕਰਾਉਣ ਦਾ ਹੱਲ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ। ਜਿਹੜੇ ਸਾਡੇ ਅੜੇ ਹੋਏ ਹੈ, ਜਿਹੜੇ ਸਾਡੇ ਮਸਲੇ ਬਾਦਲਾਂ ਨਾਲ ਟਕਰਾਉਂਦੇ ਹੈ, ਉਹ ਲਟਕ ਰਹੇ ਹੈ। ਅਸੀਂ ਉਹ ਲਟਕਣ ਨਹੀਂ ਦੇਣੇ। ਅਸੀਂ ਉਹਨਾਂ ਦਾ ਹੱਲ ਕੱਢ ਕੇ ਰਹਿਣਾ ਹੈ ਔਰ ਕੱਢ ਕੇ ਰਹਾਂਗੇ। ਪੰਜਾਬੀ ਉਮੀਦ ਕਰਨ ਕਰ ਰਹੇ ਕਾਂਗਰਸੀ ਜਿਹੜੇ ਹੋ ਰਹੇ ਹੈ ਉਹਨਾਂ ਦੇ ਖਿਲਾਫ ਕਾਂਗਰਸ ਦੀ ਕਾਰਵਾਈ ਕਰੇ। ਕਿਸੇ ਦੇ ਕਰੇ ਤੇ ਸਭ ਖਰਾਬ ਨਹੀਂ ਹੁੰਦੀ। ਮਦਨ ਲਾਲ ਜਲਾਲਪੁਰ ਦੇ ਨਾਲ ਹਲਕੇ ਦੀ ਪੰਜਾਬ ਦੇ ਲੋਕ ਹੈ। ਜਿਸ ਕੱਦ ਦੇ ਮਦਨ ਲਾਲ ਜੀ ਉੱਪਰ ਨਿਕਲ ਕੇ ਆਏ ਹੈ, ਸੱਚ ਨੂੰ ਸੱਚ ਕਹਿਣ ਵਾਲੇ ਬੰਦੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ, ਲੇਕਿਨ ਸੱਚ ਹਮੇਸ਼ਾ ਉੱਪਰ ਆ ਕੇ ਉਹਨਾਂ ਖਿਲਾਫ ਕਾਰਵਾਈ ਲਿਖਵਟ ਬਣ ਰਹੀ ਹੈ ਕਿ ਤੁਹਾਨੂੰ ਮੰਨਦੇ ਹੋ ਜੀ? 2016 ਦੇ ਵਿੱਚ ਤੁਸੀਂ ਵੇਖਣਾ ਕਿ ਜਲਾਲਪੁਰ ਸਾਹਿਬ ਨੇ ਇੱਕ ਰੈਲੀ ਕੀਤੀ ਤੇ ਉੱਥੇ ਵੀ ਇਹੀ ਮੰਗ ਉੱਠੀ ਸੀ ਕਿ ਜਿਹੜੀ ਪੇਟੇ ਦੀ ਸ਼ਰਾਬ ਮਾਰਦੇ ਨੇ ਤੇ ਜਾਂ ਜਿਹੜੇ ਖਰਾਬ ਕਰਦੇ ਨੇ ਜਲਾਲਪੁਰ ਸਾਹਿਬ ਨੂੰ, ਉਹਨਾਂ ਨੂੰ 17 ਦੇ ਵਿੱਚ ਜਲਾਲਪੁਰ ਸਾਹਿਬ ਨੂੰ ਟਿਕਟ ਦੇ ਕੇ ਇਹਨਾਂ ਦੇ ਨਾਲ ਖੜੇ ਹੋ ਕੇ ਉਹਨਾਂ ਨੂੰ ਮੂੰਹ ਤੋੜਨਾ ਜਵਾਬ ਦਿੱਤਾ ਸੀ। ਤੇ ਉਹਦੇ ਵਿੱਚ ਕਈ ਕਾਂਗਰਸ ਪਾਰਟੀ ਤੋਂ ਬਾਅਦ ਤੇ ਉਹੀ ਪੋਜੀਸ਼ਨ ਆ ਗਿਆ ਜਿਹੜਾ ਮਦਨ ਲਾਲ ਜੀ ਦੇ ਅੱਗੇ ਆ ਗਿਆ, ਉਹ ਕਾਂਗਰਸ ਦੀ ਕੋਈ ਥਾਂ। ਰੰਧਾਵਾ ਸਾਹਿਬ, ਮੁਲਾਜ਼ਮਾਂ ਦੀ ਮੰਗਾਂ ਨਹੀਂ ਮੰਨੀ ਜਾ ਰਹੀ, ਮੰਤਰੀ ਵੱਲੋਂ ਡਿੱਕਾ ਪਾ ਰਹੇ ਨੇ ਇਹਦੇ ਬਾਰੇ। ਉਸ ਕਮੇਟੀ 'ਚ ਮੈਂ ਨਹੀਂ, ਤੁਸੀਂ ਇਹ ਨਾ ਸਮਝੋ ਕਿ ਮੰਤਰੀ ਦੇ ਬਾਦਲੇ ਦਿੱਤਾ ਪਾ ਰਹੇ। ਇਹ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਬਣਦੇ ਸਾਰ ਮੁੱਦਾ ਉਠਾਇਆ ਔਰ ਇਹ ਮਸਲੇ ਸਾਰੇ ਹੱਲ ਕਰਨੇ ਪੈਣੇ ਹੈ ਕਿਉਂਕਿ ਮੁਲਾਜ਼ਮ ਸਾਡੇ ਪੰਜਾਬ ਦੇ ਹੀ ਹੈ। ਸਾਡਾ ਆਪਣਾ ਖੂਨ ਹੈ। ਉਹਨਾਂ ਦੇ ਨਾਲ ਇੱਕ ਵੀ ਪੈਸਾ ਉਹਨਾਂ ਦਾ ਕੱਟਿਆ ਜਾਂਦਾ ਤਾਂ ਸਾਡੇ ਵੀ ਕੱਟੇ ਜਾਂਦੇ। ਮੇਰੀ ਆਪਣੀ ਪਤਨੀ ਡਾਕਟਰ ਹੈ, ਮੇਰਾ ਭਰਾ ਡਾਕਟਰ ਹੈ, ਉਹਦੀ ਵਾਈਫ ਡਾਕਟਰ ਹੈ। ਇਸ ਕਰਕੇ ਮੁਲਾਜ਼ਮਾਂ ਦੇ ਨਾਲ ਕਾਂਗਰਸ ਪਾਰਟੀ ਪੂਰਾ ਖੜੀ ਹੈ ਔਰ ਸਰਕਾਰ ਨੂੰ ਵੀ ਉਹਨਾਂ ਦਾ ਮਸਲਾ ਬੜੀ ਛੇਤੀ ਚੰਨੀ, ਮਸਲੇ ਹੱਲ ਕਿਵੇਂ ਹੋਣਗੇ? ਮੁਲਾਜ਼ਮ ਜਾਂਦੇ ਆ, ਮੀਟਿੰਗ ਦਿੱਤੀ ਜਾਂਦੀ ਆ, ਕੋਈ ਮਿਲਦਾ ਨਹੀਂ, ਮੀਟਿੰਗ ਰੱਦ ਹੋ ਜਾਂਦੀ ਹੈ। ਹੱਲ ਹੋਣ ਵਾਸਤੇ ਸਾਰਾ ਕੁਝ ਹੋਇਆ। ਕਹਿੰਦੇ ਘਰ ਘਰ ਦੇ ਵਿੱਚ ਚੱਲੀ ਗੱਲ, ਸਿੱਧੂ ਕਰਦਾ ਮਸਲੇ ਹੱਲ। ਸਿੱਧੂ ਸਾਹਿਬ ਬੜੀ ਵੱਡੀ ਜ਼ਿੰਮੇਵਾਰੀ ਤੁਹਾਡੇ ਜਿਵੇਂ ਪਈ ਹੈ ਜੀ, ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਲਈ ਕੀ ਤੁਹਾਡਾ ਵਿਜ਼ਨ ਹੋਊਗਾ ਜੀ? ਸਿੱਧੂ ਸਾਹਿਬ, ਨਾਲ ਹੀ ਸਿਸਟਮ ਦੇ ਸਵਾਲ ਹੈ। ਤੁਸੀਂ ਸਿਸਟਮ ਦੀ ਗੱਲ ਕਰਦੇ ਸੀ, ਸਾਰੇ ਇੰਟਰਵਿਊ ਕਰਦੇ ਸੀ, ਹੁਣ ਕਿੰਨੀ ਛੇਤੀ ਤੁਸੀਂ ਇਹ 'ਚ ਬਦਲਾਅ ਲਿਆਓਗੇ? ਕਿਵੇਂ ਦਾ ਮੈਂ ਕਹਿਣਾ ਸੀ ਮਿੱਤਰ ਪਿਆਰੇ,
ਦੁਬਾਰਾ ਪਰ ਸਿੱਧੂ ਸਾਹਿਬ ਤੁਸੀਂ ਮੈਂ- ਜ਼ਿਆਦਾ ਲੱਗ ਗਏ ਹੁਣ ਫਿਰ ਦੁਬਾਰਾ ਕਹਿ ਦਿਓ ਜੀ। ਮੈਂ ਇੱਥੇ 5 ਵਾਰ ਆਵਾਂ 10 ਵਾਰ ਆਵਾਂ 50 ਵਾਰ ਆਵਾਂ, ਇਹ ਮਦਨ ਲਾਲ ਜਲਾਲਪੁਰ ਦਾ ਇਲੈਕਸ਼ਨ ਨਹੀਂ, ਇਹ ਨਵਜੋਤ ਸਿੰਘ ਸਿੱਧੂ ਦਾ ਇਲੈਕਸ਼ਨ। ਗੱਲ ਮੁੱਕੀ। ਉਹਨਾਂ ਨੂੰ ਕੀ ਬਸ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੋਗੇ ਜਿਹੜੇ ਵਿਰੋਧ ਕਰ ਰਹੇ ਹਨ? ਖਤਮ। ਮੱਕੀ ਤੇ ਤੋਤਾ ਬਹਿਣ ਨਹੀਂ ਦੇਣਾ ਤੇ ਕਾਂਗਰਸ ਚ ਕਾਲੀਆਂ ਭੇਟਾਂ ਨੂੰ ਰਹਿਣ ਨਹੀਂ ਦੇਣਾ। ਦੂਜੀ ਗੱਲ, ਜਿਹੜਾ ਪ੍ਰਾਇੋਰਟੀ ਏਰੀਆਜ਼ ਅਸੀਂ ਸੀਐਮ ਸਾਹਿਬ ਨਾਲ ਜਿਹੜੇ ਪਹਿਲ ਦੇ ਆਧਾਰ ਦੇ ਉੱਤੇ ਮਸਲੇ ਹੱਲ ਹੋਣੇ, ਉਹ ਜਿਹੜਾ ਇੱਕ ਲੋਕ ਪੱਖੀ ਲੋਕਾਂ ਦੀਆਂ ਜਿਹੜੀਆਂ ਅਸਲੀ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਦਾ ਮਸਲਾ ਹੈ, ਉਹਦੇ ਚੋਂ ਮੈਂ ਪਹਿਲਾਂ ਹੀ ਕਹਿ ਚੁੱਕਾ ਵੀ ਪਹਿਲ ਕਿਸਾਨੀ ਇਹ ਸਾਡੀ ਆਨ ਬਾਨ ਸ਼ਾਨ 60% ਪੰਜਾਬ ਹੈ, ਸਾਡਾ ਵਜੂਦ ਹੈ, ਸਾਡਾ ਵਕਾਰ ਹੈ, ਸਰਕਾਰ ਦਾ ਵੀ ਵਕਾਰ ਹੈ। ਔਰ ਇਹ ਜਿਹੜੇ ਕਾਲੇ ਕਾਨੂੰਨ ਨੇ ਇਹ ਨੰਬਰ 1 ਸਟੇਟ ਦੇ ਕਾਨੂੰਨ ਬਣਾਉਣ ਦੇ ਅਧਿਕਾਰਾਂ ਤੇ ਡਾਕਾ ਹੈ। ਇਟ ਇਜ਼ ਅ ਡਾਇਰੈਕਟ ਅਟੈਕ ਔਨ ਦ ਫੈਡਰਲ ਸਟਰਕਚਰ ਆਫ ਇੰਡੀਆ। ਸਾਡੇ ਸਟੇਟ ਤੇ ਸੰਵਿਧਾਨ ਦੀ ਸਪਿਰਿਟ ਦੇ ਖਿਲਾਫ ਨੇ ਇਹ ਕਾਨੂੰਨ। ਐਗਰੀਕਲਚਰ ਸਟੇਟ ਸਬਜੈਕਟ ਹੈ, ਇਹ ਕਾਨੂੰਨ ਇਲੀਗਲ ਨੇ, ਅਨਕਨਸਟੀਟਿਊਸ਼ਨਲ ਨੇ। ਔਰ ਇਹ ਕਾਨੂੰਨ ਟ੍ਰੇਡ ਐਂਡ ਕਾਮਰਸ ਦੀ ਆੜ ਦੇ ਵਿੱਚ, ਉਸ ਆੜ ਦੇ ਵਿੱਚ ਇਹ ਸਾਡੇ ਕਾਨੂੰਨ ਬਣਾਉਣ ਦੇ ਅਧਿਕਾਰ ਦੇ ਉੱਤੇ ਹਨਨ ਤੇ ਲਿਖਤ ਤੌਰ ਦੇ ਉੱਤੇ ਸੀਐਮ ਸਾਹਿਬ ਨਾਲ ਇੱਕ ਚਾਰਟਰ ਦੇ ਕੇ ਆਏ ਸੀਗੇ, ਵਿਚਾਰ ਵਟਾਂਦਰਾ ਵੀ ਹੋਇਆ। ਔਰ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਹ ਮੈਂ ਆਪਣੇ ਵੱਲੋਂ ਨਹੀਂ ਦੇ ਕੇ ਆਇਆ, ਇਹ ਸਾਰੇ ਐਮਐਲਏ ਸਾਹਿਬਾਨਾਂ ਵੱਲੋਂ ਦੇ ਕੇ ਆਇਆ ਕਿ ਅਸੀਂ ਸੋਧ ਕੱਲੀ ਨੂੰ ਨਹੀਂ ਮੰਨਣਾ, ਅਸੀਂ ਇਹਨਾਂ ਨੂੰ ਸਿਰੇ ਤੋਂ ਰੱਦ ਕਰਨਾ ਹੈ। ਅਸੀਂ ਸਿਰੇ ਤੋਂ ਇਹਨਾਂ ਕਾਨੂੰਨਾਂ ਨੂੰ ਰੱਦ ਕਰਨਾ। ਸਟੇਟ ਦਾ ਅਧਿਕਾਰ ਹੈ ਵੀ ਐਗਰੀਕਲਚਰ ਦੇ ਉੱਤੇ ਲਾਅ ਬਣਾਵੇ। ਫੂਡ ਸਟਫ ਅੱਡ ਹੈ, ਐਗਰੀਕਲਚਰ ਪ੍ਰੋਡਿਊਸ ਅੱਡ ਹੈ। ਟ੍ਰੇਡ ਐਂਡ ਕਮਰਸ ਦੀ ਆੜ ਦੇ ਵਿੱਚ ਸਾਡਾ ਕਾਨੂੰਨ ਬਣਾਉਣ ਦਾ ਅਧਿਕਾਰ ਸੈਂਟਰ ਖੋ ਨਹੀਂ ਸਕਦਾ। ਇਟ ਇਜ਼ ਅ ਸਟੇਟ ਸਬਜੈਕਟ। ਇਸ ਕਰਕੇ ਅਸੀਂ ਆਪਦਾ ਕਾਨੂੰਨ ਬਣਾਈਏ ਔਰ ਇਹਨਾਂ ਨੂੰ ਸਿਰੇ ਤੋਂ ਰੱਦ ਕਰੀਏ, ਇਹਨਾਂ ਨੂੰ ਨਕਾਰੀਏ ਔਰ ਉਹ ਜੁਰਤ ਦਿਖਾਈਏ ਜਿਹੜੀ ਅਸੀਂ SYL ਵੇਲੇ ਦਿਖਾਈ ਸੀ। ਧੰਨਵਾਦ। ਸਿੱਧੂ ਸਾਹਿਬ ਇੱਕ ਫੋਟੋ ਕਰਨੀ ਸੀ, ਇੱਕ ਮਿੰਟ ਮੈਂ ਕਿਹੜੀ ਫੋਟੋ ਸਿੱਧੂ ਸਾਹਿਬ